ਜਦੋਂ ਜਪਜੀ ਸਾਹਿਬ ਸੁਣਨ ਦੀ ਆਦਤ ਬਣ ਗਈ ਨਾ ਤੁਹਾਡੀ, ਸੁਣੀ ਗਏ, ਫਿਰ ਭਾਵੇਂ 10 ਕਰੋ, 20 ਕਰੋ, 50 ਕਰੋ, ਸਹਿਜ ਪਾਠ ਕਰੋ, ਸੁਖਮਨੀ ਸਾਹਿਬ ਕਰੋ, ਫਿਰ ਤੁਸੀਂ ਜਿੰਨਾ ਸਾਰੀ ਰਾਤ ਕੀਰਤਨ ਸੁਣੀ ਜਾਓ। ਕਹਿੰਦੇ ਰੈਣ ਸਬਾਈ 'ਚ ਬੰਦਾ ਥੱਕ ਜਾਂਦਾ, ਕਈ ਕਹਿੰਦੇ ਥੱਕ ਜਾਂਦੇ। ਮੈਂ ਜੇ ਸ਼ਬਦ ਨੂੰ ਸੁਣੋ ਨਾ, ਸਾਰੀ ਰਾਤ ਐਂ ਲੰਘਦੀ ਜਿਵੇਂ 1 ਮਿੰਟ ਹੀ ਹੋਇਆ ਹੁੰਦਾ। ਮਨ ਜੁੜ ਜੇ ਤਾਂ 100 ਪਾਠ ਵੀ ਕੋਈ ਔਖਾ ਨਹੀਂ। ਮਨ ਨਾ ਜੁੜੇ ਤਾਂ ਇੱਕ ਜਪਜੀ ਸਾਹਿਬ 'ਚ ਹੀ ਬੰਦਾ ਇੱਧਰ ਹਿੱਲ ਇੱਧਰ ਹਿੱਲ, ਇੱਕ ਜਪਜੀ ਸਾਹਿਬ ਵੀ ਔਖਾ ਲੱਗਦਾ ਬੰਦੇ ਨੂੰ। ਇਸ ਕਰਕੇ ਮਨ ਨੂੰ ਜੇ ਜੋੜ ਕੇ ਪਾਠ ਕਰੋਗੇ, ਜੇ ਗੁਰਬਾਣੀ ਨੂੰ ਜੋੜ, ਗੁਰੂ ਸਾਹਿਬ ਨਾਲ ਚਿੱਤ ਜੋੜੋਗੇ, ਸ਼ਬਦ ਨਾਲ ਸੁਰਤ ਜੋੜ ਕੇ ਰੱਖੋਗੇ। ਮਹਾਰਾਜ ਜੀ ਕੀਰਤਨ ਵੇਲੇ ਵੀ ਸੁਰਤ ਜੋੜਿਆ ਕਰੋ। ਮੈਂ ਇਹ ਕਹਿੰਦਾ ਵੀ ਕੰਮ ਤਾਂ ਸੌਖਾ ਜਿਹਾ ਸੀ, ਪਰ ਤੁਸੀਂ ਨਾ ਬਹੁਤ ਇਹਨੂੰ ਔਖਾ ਜਾਣ ਕੇ ਬਣਾਇਆ। ਬਹਾਨੇਬਾਜ਼ੀ ਬਹੁਤ ਆ ਤੁਹਾਡੇ ਕੋਲ, ਟਾਈਮ ਹੀ ਨਹੀਂ ਜੀ, ਟਾਈਮ ਹੀ ਨਹੀਂ ਜੀ। ਸਾਰਾ ਦਿਨ ਕਿੱਥੇ ਗਵਾਉਂਦੇ ਹੋ ਤੁਸੀਂ? ਸਾਰਾ ਦਿਨ ਗੱਲਾਂ ਬਾਤਾਂ, ਟੀਵੀ, ਅਖਬਾਰ, ਨਿੰਦਾ ਚੁਗਲੀ ਵਿੱਚ ਗਵਾਉਂਦੇ ਹੋ। ਆ WhatsApp ਦੇ ਉੱਤੇ ਬਹੁਤ ਸਾਰੇ ਬੰਦੇ ਉਹੀ ਲੱਗੇ ਰਹਿੰਦੇ ਖਾਮ ਖਾਈ। ਇਸ ਕਰਕੇ ਆਪਣਾ ਟਾਈਮ ਨਾ ਗਵਾਓ। ਬਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਲੋਕਾਂ ਦੇ ਮਾਲਕ, ਸ਼ਬਦ ਅਵਤਾਰ ਨੇ। ਮਹਾਰਾਜ ਦੇ ਕੋਲ ਆ ਕੇ ਚੌਰ ਸਾਹਿਬ ਕਰੋ, ਮੱਥਾ ਟੇਕਿਆ ਕਰੋ, ਬਾਣੀ ਪੜ੍ਹੋ, ਬਾਣੀ ਨੂੰ ਸੁਣੋ। ਮੈਂ ਕਈ ਵਾਰ ਹੁਣ ਇੰਨੀ ਪ੍ਰੈਕਟਿਸ ਕਰ ਚੁੱਕਿਆ ਇਸ ਚੀਜ਼ ਤੇ, ਕਈ ਵਾਰ ਤਾਂ ਇੱਕ ਪੰਕਤੀ ਨਾਲ ਹੀ ਮਨ ਟਿਕ ਜਾਂਦਾ। ਬਸ ਲੋੜ ਅੱਗੇ ਲੋੜ ਨਹੀਂ ਪੈਂਦੀ। ਕਈ ਵਾਰ ਮੈਂ ਪੜ੍ਹਦਾ ਜਾਂ ਰਾਤ ਨੂੰ ਸੋਹਲਾ ਸਾਹਿਬ ਮੈਂ ਇੱਕ ਅੱਖਰ ਬੋਲਦਾ ਨਾ, ਗੁਰ ਕਾ ਸ਼ਬਦ ਰਖਵਾਰੇ, ਬਸ ਇਹਦੋਂ ਅੱਗੇ ਕੀ ਕਹੀਏ ਹੁਣ। ਜਾਂ ਇੱਕ ਪੜ੍ਹਦੇ ਹੁੰਦੇ ਨਾਲ ਨਰੈਣ ਮੇਰਾ, ਫਿਰ ਤਾਂ ਅੰਡਰਸਟੂਡ ਹੀ ਹੈ ਵੀ ਜਮਦੂਤ ਨਾ ਆਵੇ ਨੇਰ। ਜਾਂ ਮੇਰੇ ਨਾਲ ਨਰੈਣ ਹੈ ਤੇ ਜਮਦੂਤ ਨੇ ਕੀ ਲੈਣ ਆਉਣਾ ਇੱਥੇ। ਕੰਠ ਲਾਏ ਪ੍ਰਭ ਰਾਖੈ, ਸਤਿਗੁਰੂ ਕੀ ਸਤ ਸਾਖੈ। ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇੱਕ ਪੰਕਤੀ ਹੀ ਬਹੁਤ ਹੈ। ਆ ਬੜਿਆਂ ਨੂੰ ਮੈਂ ਇੱਕ ਪੰਕਤੀ ਹੀ ਕਰਾਈ ਹੈ। ਇਹ ਮੈਂ ਕਿਸੇ ਮਹਾਂਪੁਰਖ ਤੋਂ, ਬਾਬਾ ਓਂਕਾਰ ਸਿੰਘ ਜੀ ਮਹਿਤਪੁਰ ਲੱਧਣੀ ਵਾਲੇ ਮਹਾਂਪੁਰਖ ਹੋਏ ਨੇ। ਉਹ ਗੱਲ ਕੀ ਹੋਈ, ਬਾਬਾ ਜੀ ਕੋਲ ਇੱਕ ਬਜ਼ੁਰਗ ਆਇਆ, ਕਹਿੰਦੇ ਬਾਬਾ ਜੀ ਸਾਡੇ ਘਰ ਦੇ 'ਚ ਨਾ ਬੜੀਆਂ ਬਲਾਵਾਂ, ਛਾਇਆ ਛਪਾਇਆ ਜੀ, ਵੀ ਬਾਬਾ ਜੀ ਬੜੇ ਦੁਖੀ ਆ। ਕਹਿੰਦੇ ਪਾਠ ਕਰ ਚੌਪੀ ਸਾਹਿਬ ਦੇ। ਕਹਿੰਦੇ ਮਹਾਰਾਜ ਅਨਪੜ੍ਹ ਆ। ਕਹਿੰਦੇ ਮੂਲ ਮੰਤਰ ਕਰ, ਮੈਨੂੰ ਉਹ ਵੀ ਨਹੀਂ ਆਉਂਦਾ। ਬਾਬਾ ਜੀ ਕਹਿੰਦੇ ਚੱਲ ਤੈਨੂੰ ਮੈਂ ਇੱਕ ਤੁਕ ਯਾਦ ਕਰਾਉਣਾ, ਸਾਰਾ ਦਿਨ ਮੇਰੇ ਕੋਲ ਬਹਿ ਕੇ ਪੜ੍ਹੀ ਜਾ। ਕਹਿੰਦੇ ਕਹਿ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਕਰਦਾ ਰਹਿ। ਪਕਾਤੀ ਉਹਨੂੰ। ਉਹ 2-3 ਮਹੀਨੇ ਕਰਦਾ ਰਿਹਾ, ਫੇਰ ਆ ਗਿਆ। ਕਹਿੰਦੇ ਹੁਣ ਆ ਗਿਆ। ਕਹਿੰਦੇ ਬੜਾ ਕੋਈ ਰਹੀ ਨਹੀਂ, ਘਰ ਸਾਰਾ ਠੀਕ ਹੋ ਗਿਆ। ਇਹ ਮੈਨੂੰ ਆਪ ਲੋਕ ਆਏ ਕਹਿੰਦੇ ਨੇ, ਉਹਨਾਂ ਮਹਾਂਪੁਰਖਾਂ ਤੋਂ ਮੈਂ ਇਹ ਟ੍ਰਿਕ ਸਿੱਖਿਆ। ਪਟਿਆਲੇ ਇੱਕ ਮਾਤਾ ਆ ਗਈ ਧੂਰੀ ਦੇ ਇਲਾਕੇ ਦੀ, ਕਹਿੰਦੀ ਉਹਨਾਂ ਦੀ ਬੋਲੀ ਇਦਾਂ, ਬਾਬਾ। ਮੈਂ ਕਿਹਾ ਹਾਂ ਜੀ। ਘਰ ਵਾਲਾ ਵੀ ਪੀਂਦਾ, ਮੁੰਡਾ ਵੀ ਪੀਂਦਾ, ਕਿਵੇਂ ਹਟਾਵਾਂ? ਮੈਂ ਕਿਹਾ ਪਾਠ ਕਰ ਲੈ। ਮੈਂ ਅਨਪੜ੍ਹ ਹਾਂ। ਕਹਿੰਦੇ ਮੈਂ ਕਿਹਾ ਅੰਮ੍ਰਿਤ ਛਕ ਲਾਂਗੇ। ਅੰਮ੍ਰਿਤ ਕਿਵੇਂ ਛਕਾਂ? ਉਹ ਇਹੋ ਜਿਹੇ ਨੇ ਸਾਰੇ ਖਾਣ ਪੀਣ ਵਾਲੇ। ਮੈਂ ਕਿਹਾ ਚੱਲ ਤੈਨੂੰ ਪੰਕਤੀ ਯਾਦ ਕਰਾਉਣੇ। ਫਿਰ ਇੱਕ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਮੱਥਾ ਟੇਕ ਕੇ ਆਈ ਨਾ, ਉੱਥੇ ਉੱਤੇ ਲਿਖਿਆ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਮੈਂ ਉਹਨੂੰ 15-20 ਵਾਰ ਪੜ੍ਹਾਈ, ਉਹਨੂੰ ਪੰਕਤੀ ਯਾਦ ਹੋ ਗਈ। ਕਹਿੰਦੀ ਹੋ ਗਈ ਯਾਦ। ਉਹ 2 ਮਹੀਨਿਆਂ 'ਚ ਫੇਰ ਆ ਗਈ ਮੇਰੇ ਕੋਲ। ਮਾਈ ਨੂੰ ਮੈਂ ਕਿਹਾ ਮਾਈ ਤੂੰ ਫੇਰ ਆ ਗਈ? ਕਹਿੰਦੀ ਉਹ ਤਾਂ ਸ਼ਰਾਬ ਛੱਡ ਕੇ ਦੋਵੇਂ, ਹੁਣ ਗਾਹਾਂ ਦੱਸ ਕੀ ਕਰਾਂ। ਮੈਂ ਕਿਹਾ ਇਹ, ਕਹਿੰਦੀ ਹੁਣ ਪੈਸੇ ਦੀ ਕਮੀ ਆ, ਇਹੀ ਕਰੀ ਜਾ। ਮੈਂ ਕਿਹਾ 9 ਨਿੱਧ ਆਵੈ ਧਾਏ ਹੋ ਜਾਣਾ ਘਰ 'ਚ, 9 ਨਿੱਧੀਆਂ ਤੇਰੇ ਘਰ 'ਚ ਆ ਜਾਣਗੀਆਂ। ਬਈ ਇੱਕ ਪੰਕਤੀ ਨਾਲ ਹੀ ਸਾਰਾ ਕੁਝ ਹੋ ਜਾਂਦਾ। ਆ ਕਈਆਂ ਨੂੰ ਮੈਂ ਕਰਾਈ, ਪ੍ਰਭ ਕੈ ਸਿਮਰਨ ਰਿੱਧ ਸਿੱਧ 9 ਨਿੱਧ ਬਸ। ਮੈਂ ਕਿਹਾ ਇਦੋਂ ਗਾਂ ਬਾਦੀ ਨਾ, ਜੇ ਮਾਇਆ ਦੀ ਤੈਨੂੰ ਤੋਟ ਆ। ਬੜੇ ਤੁਹਾਡੇ ਮਨ ਖੁਸ਼ ਹੁੰਦੇ ਆ। ਆ ਮਾਇਆ ਦੀ ਪੰਕਤੀ ਦੱਸੀ ਅੱਜ ਨਹੀਂ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹ ਨਾਲ ਰੱਖਣੀ ਆ। ਨਹੀਂ ਡੁੱਬ ਜਾਓਗੇ ਕੱਲੀ ਰਿੱਧ ਸਿੱਧ 9 ਦੇ, ਡੋਬ ਦੂਗੀ ਤੁਹਾਨੂੰ। ਪ੍ਰਭ ਕੈ ਸਿਮਰਨ ਗਿਆਨ ਧਿਆਨ ਵੀ ਨਾਲ ਚਾਹੀਦਾ। ਉਹ ਜੇ ਸਾਰਾ ਸੁਖਮਨੀ ਸਾਹਿਬ ਪੜ੍ਹ ਲਓ ਤਾਂ ਚੰਗਾ ਨਹੀਂ। ਪਹਿਲੀਆਂ 2 ਅਸ਼ਟਪਦੀਆਂ ਪੜ੍ਹ ਲਓ, ਫਿਰ 2 ਨਹੀਂ 4 ਪੜ੍ਹ ਲਓ, 6 ਪੜ੍ਹ ਲਓ, 8 ਪੜ੍ਹ। ਜਿੱਦਣ ਤੁਸੀਂ ਬਾਣੀ ਸੁਣ ਕੇ ਪੜ੍ਹਨ ਲੱਗ ਪਏ ਨਾ, ਇਹ ਮੇਰਾ ਪ੍ਰੈਕਟੀਕਲ ਹੈ। ਜਦੋਂ ਇਹਨੂੰ ਸੁਣ ਕੇ ਪੜ੍ਹਨ ਲੱਗ ਪਏ, ਮੈਂ ਇੱਕ ਵਾਰ ਸਹਿਜ ਪਾਠ ਸੁਣ ਕੇ ਕਰੀ ਗਿਆ।
ਤੁਸੀਂ ਮੰਨੋਗੇ ਨਹੀਂ, ਮੈਨੂੰ ਕਿਸੇ ਨੇ ਐ ਮੋਢਿਆਂ ਤੋਂ ਦੱਬ ਕੇ ਬਿਠਾਇਆ ਹੋਇਆ ਉੱਥੇ ਘਰ ਦੇ ਥੱਲੇ, ਉਹ ਰੌਲਾ ਪਾ, ਉਹ ਰੋਟੀ ਤਿਆਰ, ਪ੍ਰਸ਼ਾਦਾ ਤਿਆਰ, ਉਹ ਛਕ ਲਓ ਆ ਕੇ। ਉਹ ਮੈਂ ਕਿਹਾ ਇਹ ਨਹੀਂ ਛੱਡਦਾ ਮੈਨੂੰ। 4-5 ਰਾਗ ਪੜ੍ਹਤੇ, ਉਹ ਬੰਦ ਹੀ ਨਾ ਹੋਵੇ ਮੇਰਾ ਕੰਮ। ਜੇ ਸੁਣਨ ਵਿੱਚ ਚਿੱਤ ਲਾਓ ਤਾਂ ਬੰਦਾ ਕਹਿੰਦਾ ਆਹ ਤਾਂ ਬਈ ਵਧੀਆ ਖੁਰਾਕ ਮਿਲ ਗਈ। ਕਿਹੜੀ? ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सब साधारो, जे को खावे जे को पुंजै तिसका होए उधार। ਇਹ ਵਸਤ ਤਜੀ ਨਾ ਜਾਈ। ਫਿਰ ਤੁਸੀਂ ਤਾਬਿਆਂ ਤੋਂ ਨਹੀਂ ਉੱਠਣਾ। ਫਿਰ ਤੁਸੀਂ ਕਹਿਣਾ ਮੈਂ ਹਲੇ ਹੋਰ ਜਪਜੀ ਸਾਹਿਬ ਕਰੋ। ਗੁਰਮੁਖੋ ਜੋ ਰਸ ਆ ਜਾਂਦਾ ਹੈ ਫਿਰ ਬੰਦਾ ਬੰਦ ਹੀ ਨਹੀਂ ਕਰਦਾ ਬਾਣੀ ਪੜ੍ਹਨੀ। ਇਹ ਰਸ ਛੱਡੇ, ਪਹਿਲਾਂ ਇਹ ਰਸ ਛੱਡੇ, ਫਿਰ ਉਹ ਰਸ ਆਵਾ, ਆ ਛੱਡ ਦਿਓ। ਬਾਣੀ ਨੂੰ ਕੇਵਲ ਇੱਕ ਗੱਲ ਮੰਨ ਕੇ ਜਾਇਓ, ਕੇਵਲ ਬਾਣੀ ਨੂੰ ਸੁਣਨ ਲੱਗ ਜਾਓ ਬਸ। ਆ ਤੁਸੀਂ ਮੂਲ ਮੰਤਰ ਮੇਰੇ ਨਾਲ ਪੜ੍ਹਿਆ ਹੀ ਸੀ। ਮੈਂ ਤਾਂ ਆਰਾਮ ਨਾਲ ਸ਼ੁਰੂ ਕੀਤਾ ਸੀ ਵੀ ਨਾਲ ਸੁਣਨ ਦਾ ਆਨੰਦ ਲਵਾਂਗੇ, ਨਾਲ ਉਹਨੂੰ ਅਰਥ ਵਿਚਾਰ ਕਰਾਂਗੇ। ਮੈਂ ਕਿਹਾ ਇੱਕ ਓੰਕਾਰ, ਤੁਸੀਂ ਫਟਾਫਟ ਸਤਨਾਮ ਕਰਤਾ ਪੁਰਖ ਮੁਕਾਓ ਜੀ ਮੁਕਾਓ ਜੀ। ਮੈਂ ਕਿਹਾ ਇਹ ਤਾਂ ਬੜੀ ਤੇਜ਼ ਚੱਲਦੇ ਆ। ਕਿਉਂ? ਤੁਸੀਂ ਨਾ ਤਾਂ ਸੁਣਨ ਵਾਲਿਆਂ ਵਿੱਚੋਂ ਨਾ ਕਮਾਉਣ ਵਾਲਿਆਂ ਵਿੱਚੋਂ। ਤੁਸੀਂ ਤਾਂ ਸਾਹੋ ਸਾਹੀ ਹੋ ਕੇ 5 ਵਾਰੀ ਪੜ੍ਹ ਕੇ ਮਸਾਂ ਹੀ ਸਾਹ ਲਿਆ ਵੀ ਲੈ ਵੀ ਖਹਿੜਾ ਛੁੱਟ ਗਿਆ ਹੁਣ। ਨਹੀਂ, ਇੱਕ ਮੂਲ ਮੰਤਰ ਨੂੰ ਹੀ 10 ਮਿੰਟ 'ਚ ਪੜ੍ਹੋ ਹੌਲੀ ਹੌਲੀ। ਇੱਕ ਓੰਕਾਰ ਕੋਈ ਜ਼ਰੂਰੀ ਨਹੀਂ ਵੀ ਇੱਕ ਵਾਰ ਕਹਿਣਾ, 2-4 ਵਾਰੀ ਕਹਿ ਦਿਓ। ਫਿਰ ਸਤਨਾਮ ਨੂੰ 3-4 ਵਾਰ ਕਹਿ ਦਿਓ। ਜਦੋਂ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਸ਼ੁਰੂ ਕਰਦੇ ਹੋ ਉਦੋਂ ਇੱਕ ਓੰਕਾਰ ਦਾ ਅਭਿਆਸ 10 ਮਿੰਟ ਤੱਕ ਕਰ ਲਿਆ ਕਰੋ। ਕੋਈ ਜ਼ਰੂਰੀ ਨਹੀਂ ਵੀ ਜਪਜੀ ਸਾਹਿਬ ਛੇਤੀ ਛੇਤੀ ਹੁਣ ਪਹੁੰਚੀਏ ਵੀ ਅੱਗੇ, ਨਹੀਂ। ਉਹ ਇੱਕ ਓੰਕਾਰ ਦਾ ਅਭਿਆਸ ਕਰੋ, ਫਿਰ ਇਹੀ ਸਤਨਾਮ ਹੈ। ਮੂਲ ਤਾਂ ਇਹ 'ਚ ਇੱਕ ਓੰਕਾਰ ਹੀ ਹੈ ਬਸ। ਮੂਲ ਤਾਂ ਓੰਕਾਰ ਹੀ ਹੈ। ਉਹ ਤਾਂ ਲਿਖਿਆ ਵੀ ਉਹ ਕੇਵਲ ਇੱਕੋ ਇੱਕ ਹੈ, ਅਦਵੈਤ ਸਰੂਪ ਹੈ। ਸਾਰਾ ਸਰੂਪ ਕਥਨ ਕਰ ਦਿਓ, ਪੜ੍ਹੀ ਜਾਓ, ਅਭਿਆਸ ਕਰੋ। ਤੁਸੀਂ ਕਹੋਗੇ ਸਾਡੇ ਆ ਬਰਕਤ ਨਹੀਂ ਐ ਨਹੀਂ ਆਉ ਨਹੀਂ। ਦੇਖੋ ਮੈਂ ਇੱਕ ਗੁਰਮੁਖ ਨੂੰ ਪੁੱਛਿਆ, ਮੈਂ ਕਿਹਾ ਕੇਸੀ ਇਸ਼ਨਾਨ ਵਾਲਾ ਕੰਮ ਹੈ ਬੜਾ ਔਖਾ ਯਾਰ, ਸਵੇਰੇ ਕਿਹੜਾ ਕੇਸੀ ਨਹਾਵੇ ਰੋਜ਼। ਕਹਿੰਦਾ ਉਹ ਗੁਰਮੁਖਾ ਪੁਰਾਣੇ ਸਮੇਂ ਵਿੱਚ ਸਾਰੇ ਗੁਰਸਿੱਖ ਕੇਸੀ ਨਹਾਉਂਦੇ ਸੀ ਰੋਜ਼। ਕਹਿੰਦੇ ਹੁਣ ਹੌਲੀ ਹੌਲੀ ਹਟ ਗਏ ਆ। ਅੰਮ੍ਰਿਤ ਵੇਲੇ ਸਰ ਨਾ ਬੰਦਾ ਵੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਗੁਰਸਿੱਖ ਕਰਦੇ ਸੀ ਉਦੋਂ, ਤੇ ਤੁਸੀਂ ਵੀ ਅੰਮ੍ਰਿਤ ਵੇਲੇ ਇਸ਼ਨਾਨ ਕੇਸੀ ਕਰਿਆ ਕਰੋ। ਕਰਕੇ ਚੌਪੀ ਸਾਹਿਬ ਦੇ 25 ਪਾਠ ਕਰ ਲਿਓ, 25 ਜਪਜੀ ਸਾਹਿਬ, ਬ੍ਰਹਮ ਕਵਚ ਕਰ ਲਓ। ਮੈਂ ਬ੍ਰਹਮ ਕਵਚ ਦੇ ਹੱਕ 'ਚ ਹਾਂ ਵੈਸੇ ਤੁਹਾਡੇ ਲਈ। ਦਰਬਾਰ ਸਾਹਿਬ ਜਾਓ, ਕੀਰਤਨ ਸੁਣੋ, ਮਨ ਨੂੰ ਸ਼ਾਂਤੀ ਆਉਂਦੀ ਹੈ। ਪਰ ਕਹਿੰਦੇ ਵੀ ਸ਼ਾਂਤੀ ਤਾਂ ਆਉਂਦੀ ਹੈ ਪਰ ਉੱਥੇ ਜਾ ਕੇ ਸਮਝ ਨਹੀਂ ਲੱਗੀ ਕੁਛ। ਜਿਵੇਂ ਬਾਹਰਲੇ ਦੇਸ਼ ਵਿੱਚ ਇੱਕ ਗੋਰਾ, ਕਾਫੀ ਗੋਰੇ ਜਾਂਦੇ ਸੀਗੇ, ਇੱਕ ਸਿੰਘ ਉਹਨਾਂ ਨੂੰ ਗੱਡੀ ਤੇ ਲੈ ਕੇ ਜਾਂਦਾ ਹੁੰਦਾ ਸੀ। 2 ਘੰਟੇ ਦੀ ਡਰਾਈਵ ਸੀ। ਆਸਟ੍ਰੇਲੀਆ ਦੀ ਗੱਲ ਹੈ। ਉਹ ਕਹਿੰਦਾ ਰਸਤੇ 'ਚ ਮੈਂ ਕਥਾ ਲਾਈ ਰੱਖਣੀ। ਫਿਰ ਜਦੋਂ ਸਿਮਰਨ ਆਉਂਦਾ ਸੀਗਾ ਵਾਹਿਗੁਰੂ ਮੰਤਰ ਦਾ, ਮੈਂ ਕਹਿੰਦੇ ਇੱਕ ਵਾਰ ਗੋਰੇ ਨੂੰ ਪੁੱਛਿਆ ਡਿਸਟਰਬ ਤਾਂ ਨਹੀਂ ਹੁੰਦੇ ਵੀ ਇਹ ਬੰਦ ਕਰ ਦਿਆਂ? ਕਹਿੰਦੇ ਨਹੀਂ। ਕਹਿੰਦਾ ਮੇਰੀ ਜਾਚੇ ਇਹ ਕੋਈ ਧਾਰਮਿਕ ਚੀਜ਼ ਆ ਤੁਹਾਡੀ, ਜਿਹੜੀ ਜਦੋਂ ਇਹ ਚੱਲਦੀ ਆ ਸਮਝ ਤਾਂ ਨਹੀਂ ਮੈਨੂੰ ਪੈਂਦੀ, ਪਰ ਇਹਦੇ ਵਿੱਚੋਂ ਜਿਹੜੀ ਵਾਈਬ੍ਰੇਸ਼ਨ ਆਉਂਦੀ ਮੇਰੇ ਵੱਲ ਨੂੰ, ਉਹ ਮੇਰੇ ਮਨ ਨੂੰ ਸ਼ਾਂਤੀ ਬੜੀ ਦਿੰਦੀ। ਬਾਣੀ ਦੀ ਸਮਝ ਲੱਗੇ ਨਾ ਲੱਗੇ, ਪਰ ਬਾਣੀ ਦੇ ਨਾਲ ਸ਼ਾਂਤੀ ਬੜੀ ਦਿੰਦੀ। ਬਾਣੀ ਦੇ ਵਿੱਚ ਇੱਕ ਵਾਈਬ੍ਰੇਸ਼ਨ ਵੀ, ਆ ਬੱਲਬ ਲੱਗੇ ਹੋਏ ਨੇ, ਇਹਨਾਂ 'ਚੋਂ ਗਰਮੀ ਵੀ ਨਿਕਲਦੀ। ਇੱਕ ਚੀਜ਼ ਨਾਲ ਇਹ ਵੀ ਦਿੰਦੇ ਆਪਾਂ ਨੂੰ, ਪਰ ਚਾਨਣ ਦੀ ਲੋੜ ਆਪਾਂ ਨੂੰ। ਪੱਖਾ ਚੱਲ ਰਿਹਾ, ਇਹਦੇ ਵਿੱਚੋਂ ਵਾਈਬ੍ਰੇਸ਼ਨ ਜਿਹੜੀ ਆਉਂਦੀ ਉਹ ਠੰਡੀ ਆਉਂਦੀ ਹੈ, ਉਹ ਹਵਾ ਵੀ ਨਾਲ ਦੇ ਰਿਹਾ। ਹਰ ਚੀਜ਼ ਦੀ ਆਪਣੀ ਵਾਈਬ੍ਰੇਸ਼ਨ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਭਾਵ, ਜਿੱਦਾਂ ਅਰਥ ਸੁਣ ਲਈਏ ਨਾ, ਅਰਥ ਜਿਹੜੀ ਅੱਜ ਕੱਲ੍ਹ ਆਮ ਤੌਰ 'ਤੇ ਸੰਗਤ ਸਾਨੂੰ ਪ੍ਰਸ਼ਨ ਕਰਦੀ ਹੈ, ਫੋਨ ਕਰਦੀ, ਜਾਂ ਸੰਗਤ ਕੋਈ ਪ੍ਰੇਮੀ ਮਿਲਦੇ ਨੇ ਤੁਹਾਡੇ ਵਰਗੇ ਗੁਰਮੁਖ, ਸਾਰੇ ਕਹਿੰਦੇ ਨੇ ਬਾਣੀ ਤਾਂ ਪੜ੍ਹਦੇ ਆ ਪਰ ਮਨ ਨਹੀਂ ਟਿਕਦਾ। ਇਹ ਪਹਿਲੀ ਗੱਲ ਤਾਂ ਇਹ ਦੇਖੋ, ਮਨ ਨੂੰ ਸਬਰ ਸੰਤੋਖ ਨਾਲ ਟਿਕਣ ਦਿਓ।
ਆਪਣੇ ਕੰਮਕਾਰ ਕਰੀ ਜਾਓ, ਸਹਿਜੇ ਸਹਿਜੇ ਟਿਕਾਉਣ ਦੇ ਯਤਨ ਵੀ ਨਾਲ ਨਾਲ ਕਰਦੇ ਰਹੋ। ਇਹ ਨਹੀਂ ਹੈ ਕਿ ਇਹ ਮਨ ਨੇ ਅੱਜ ਹੀ ਟਿਕ ਜਾਣਾ, 6 ਮਹੀਨੇ ਟਿਕ ਜਾਣਾ, ਨਹੀਂ। ਮੈਨੂੰ 44ਵਾਂ ਸਾਲ ਹੈ ਹੁਣ ਇਸ ਲਾਈਨ 'ਚ। ਮੈਂ ਕਦੇ ਕਾਹਲ ਨਹੀਂ ਕਰਦਾ, ਮੈਂ ਕਹਿੰਦਾ ਕੋਈ ਨਹੀਂ, ਟਿਕ ਜੂਗਾ ਹੌਲੀ ਹੌਲੀ। ਮੇਰੇ ਕੋਲ ਇੱਕ ਚੀਜ਼ ਇਹ ਆ ਵੀ ਮੈਂ ਜਿਹੜਾ ਤੁਹਾਨੂੰ ਕਥਾ ਸੁਣਾਉਣਾ, ਅਰਥ ਸੁਣਾਉਣਾ, ਤੁਹਾਡੀਆਂ ਜਿਹੜੀਆਂ ਅਸੀਸਾਂ ਮਿਲਦੀਆਂ ਮੈਨੂੰ, ਮੇਰੇ ਲਈ ਇਹ ਬਹੁਤ ਵੱਡੀ ਚੀਜ਼ ਹੈ। ਜੇ ਮੈਂ ਲਗਭਗ 50 ਸਾਲ ਵੀ ਬੰਦਗੀ ਕਰਦਾ ਤਾਂ ਆਹ ਚੀਜ਼ ਨਹੀਂ ਸੀ ਮਿਲਣੀ ਜੋ ਤੁਸੀਂ ਹੁਣ ਦੇ ਰਹੇ ਹੋ ਮੈਨੂੰ। ਤੁਹਾਡੀਆਂ ਜਿਹੜੀਆਂ ਆਸ਼ੀਰਵਾਦ ਮਿਲਦੀਆਂ, ਦੇਹੋ ਸੱਜਣ ਅਸੀਸੜੀਆਂ ਜਾਂ ਹੋਵੇ ਸਾਹਿਬ ਸੋ ਮੇਲ। ਸਾਧ ਸੰਗਤ ਜਿਹੜਾ ਮਨ ਦਾ ਟਿਕਣਾ, ਇੱਕ ਤੇ ਇਹਦੇ ਵਿੱਚ ਕਾਹਲ ਨਾ ਕਰੋ, ਇੱਕ ਸਹਿਜ ਰੱਖੋ, ਇੱਕ ਟੀਚਾ ਰੱਖੋ। ਜਿਵੇਂ ਅੱਜ ਪਹਿਲੇ ਦਿਨ ਬੱਚਾ ਸਕੂਲ 'ਚ ਪਾਇਆ, ਆਪਾਂ ਕਹਿੰਦੇ ਇਹਨੂੰ ਮੈਂ PhD ਕਰਾਉਣੀ ਆ, ਫਿਰ 16 ਸਾਲ MA ਦੇ 2 ਸਾਲ, 18 ਸਾਲ ਵੇਟ ਕਰਨੀ ਪੈਣੀ, 12 ਸਾਲ +2 ਦੇ, ਜੇ ਡਾਕਟਰ ਬਣਾਉਣਾ 6 ਸਾਲ ਅੱਗੇ ਡਾਕਟਰੀ ਦੇ, 12 6 18 ਸਾਲ ਤੱਕ ਉਹ ਬੱਚਾ ਪੜ੍ਹਦਾ ਹੀ ਰਹਿੰਦਾ। ਆਪਾਂ ਸਬਰ ਨਾਲ ਸਕੂਲ ਛੱਡਦੇ, ਕਿੰਨਾ ਸਬਰ ਹੁੰਦਾ, ਛੱਡੋ ਲਿਆਓ, ਛੱਡੋ ਲਿਆਓ, ਰੋਜ਼ ਕਰਦੇ। ਫਿਰ ਟਿਊਸ਼ਨ ਤੇ ਛੱਡਣ ਜਾਓ, ਫਿਰ ਲੈ ਕੇ ਆਓ, ਫਿਰ ਮਾਤਾ ਉਹਨਾਂ ਦੀ ਸੇਵਾ ਕਰਦੀ। 18 ਸਾਲਾਂ ਬਾਅਦ ਇੰਨੀ ਪੜ੍ਹਾਈ ਕਰਨ ਦੇ ਨਾਲ ਨਾਲ 18 ਤੇ ਇਹ ਵੱਖਰੇ ਆ, ਪੜ੍ਹਨ ਕਿੰਨੀ ਉਮਰ 'ਚ ਲੱਗਿਆ ਸੀ ਬੱਚਾ? ਪਹਿਲਾਂ 6 ਸਾਲ ਦਾ ਬੱਚਾ ਲੱਗਦਾ, 18 ਤੇ 6 24 ਸਾਲ। ਇੱਕ ਆਮ ਡਾਕਟਰ 23 24 ਸਾਲ ਦਾ ਜਾ ਕੇ ਬਣਦਾ। ਸਬਰ ਤੇ ਮਿਹਨਤ ਤੇ ਸੰਤੋਖ ਜਿਹੜਾ ਹੈ, ਇਹ ਮਨ ਦੀ ਇਕਾਗਰਤਾ ਵਿੱਚ ਸਹਾਇਕ ਹੁੰਦਾ। ਹੁਣ ਸਤਿਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ, ਮਨ ਦੀ ਇਕਾਗਰਤਾ ਨਹੀਂ ਹੁੰਦੀ, ਟਿਕਾਓ ਨਹੀਂ ਬਣਦਾ, ਮਨ ਟਿਕਦਾ ਨਹੀਂ ਹੈ। ਜਦੋਂ ਪਾਠ ਕਰਦੇ ਹਾਂ ਦੌੜਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਦੇਖੋ ਇੱਕ ਤਰੀਕਾ ਹੁੰਦਾ, ਸਿਆਣੇ ਬੰਦੇ ਸਮਝੋ ਇਸ ਗੱਲ ਨੂੰ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਪਾਣੀ ਤੇ ਮਿੱਟੀ ਨੂੰ ਰਲਾ ਕੇ ਹੀ ਘੜਾ ਬਣਦਾ, ਤੇ ਘੜੇ ਦੇ ਵਿੱਚ ਹੀ ਪਾਣੀ ਬੰਨ੍ਹ ਕੇ ਰੱਖਿਆ ਜਾ ਸਕਦਾ। ਗਿਆਨ ਕਾ ਬੱਧਾ ਮਨ ਰਹਿ। ਜੇ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ, ਨਾਲ ਨਾਲ ਸੁਣੋਗੇ, ਤਾਂ ਅਰਥਾਂ ਵਿੱਚ ਮਨ ਟਿਕਦਾ। ਗੁਰ ਬਿਨ ਗਿਆਨ ਨਾ ਹੋਏ, ਇਹੀ ਗੁਰ ਹੈ ਇਹਦੇ 'ਚ। ਕਿਹੜਾ ਗੁਰ ਹੈ? ਮਹਾਰਾਜ ਜੀ ਕਹਿੰਦੇ, ਸੁਣਿਆ ਲਾਗੈ ਸਹਿਜ ਧਿਆਨ। ਤੁਸੀਂ ਸਾਰੇ ਕਹਿੰਦੇ ਹੋ ਬਾਣੀ ਪੜ੍ਹਦੇ ਆ, ਮਨ ਨਹੀਂ ਟਿਕਦਾ। ਸਾਰੇ ਹੀਰੇ ਮੋਤੀ ਗੁਰਬਾਣੀ ਦੇ ਅੰਦਰ ਹੀ ਪਏ ਆ, ਸਾਰੇ ਤੁਹਾਡੇ ਜਵਾਬ ਬਾਣੀ ਦੇ ਵਿੱਚ ਹੀ ਆ। ਸਹਿਜ ਧਿਆਨ ਕਿਵੇਂ ਲੱਗਣਾ? ਜਿਹੜਾ ਹੈ ਸੁਣਨਾ ਹੈ ਬਸ। ਇਸ ਕਰਕੇ ਮਨ ਦੀ ਇਕਾਗਰਤਾ ਕਿਵੇਂ ਹੁੰਦੀ ਹੈ? ਸੁਣਨ ਦੇ ਨਾਲ, ਬਾਣੀ ਦੇ ਅਰਥਾਂ ਦੀ ਵਿਚਾਰ ਕਰਨ ਦੇ ਨਾਲ। ਇਹਦੇ ਲਈ ਜਿਹੜੀ ਪਹਿਲੀ ਕਲਾਸ ਹੈ, ਅਰਥਾਂ ਦੀ ਵਿਚਾਰ ਕਿਵੇਂ ਕਰਨੀ ਹੈ, ਇਹ ਕਥਾ ਹੈ ਬਸ। ਕਥਾ 2 ਅੱਖਰਾਂ ਤੋਂ ਮਿਲ ਕੇ ਬਣੀ ਹੈ। ਪਹਿਲਾ ਅੱਖਰ ਦੀ ਉਤਪਤੀ ਵਿਉਤਪਤੀ ਦੇਖੀ ਜਾਂਦੀ ਕਿਵੇਂ ਹੋਈ ਹੈ। ਇਹ ਮੈਂ ਕਈ ਵਾਰ ਸੁਣਾਇਆ, ਅੱਜ ਸਟੇਜ ਨਵੀਂ ਹੈ। ਇਹ ਪਿੰਡ ਮੱਲੂਵਾਲ, ਡਿਸਟ੍ਰਿਕਟ ਅੰਮ੍ਰਿਤਸਰ, ਜਿੱਥੇ 5ਵੇਂ ਪਾਤਸ਼ਾਹ ਨੇ ਚਰਨ ਪਾਏ ਨੇ। ਆਉਣਗੇ ਲਿੱਲੇ, ਜਾਣਗੇ ਗਿੱਲੇ। ਇੱਥੇ ਜੇ ਬਾਹਰ ਹੋਏ ਵੇ ਨੇ। ਸਕੇਤ ਮੰਡੀ ਵਾਲੇ ਰਾਜੇ ਦਾ ਜਿਹੜਾ ਸੁਪਨੇ ਵਿੱਚ ਰਾਜੇ ਨੇ ਪੀਲੂ ਖਾਦੇ, ਸਵੇਰੇ ਦਾਤਨ ਕੀਤੀ, ਵਿੱਚੋਂ ਪੀਲੂ ਨਿਕਲੇ, ਇੱਥੇ ਹੀ ਲੈ ਕੇ ਆਏ ਸੀ। ਆਹ ਪਿੰਡ ਠਹਿਰੇ ਸੀ ਜਰਾ, ਰਾਜਾ ਘੋੜੇ ਤੇ ਅੱਗੇ ਚਲਿਆ ਗਿਆ ਸੀ। ਇੱਥੇ ਹੀ ਕੌਤਕ ਹੋਇਆ ਸੀ। ਮੈਂ ਤਾਂ ਦੱਸਿਆ ਕਿਉਂਕਿ ਆਪਣੀ ਕਥਾ ਸਾਰੇ ਵਰਲਡ 'ਚ ਲਾਈਵ ਜਾ ਰਹੀ ਹੈ ਇਸ ਵਕਤ। ਸੰਗਤ ਨੂੰ ਕੀ ਪਤਾ ਇਹ ਕਿੱਥੇ ਕਥਾ ਹੋ ਰਹੀ ਹੈ, ਨਾਲੇ ਪਿੰਡ ਦਾ ਇਤਿਹਾਸ ਆ ਗਿਆ ਆਪਣੇ ਕੋਲੇ। ਇਸ ਕਰਕੇ ਜਿਹੜਾ ਹੈ ਗਿਆਨ ਹੈ। ਗਿਆਨ ਕੀ ਚੀਜ਼ ਹੈ? ਪਹਿਲਾਂ ਸਟਾਰਟਿੰਗ ਕਿੱਥੋਂ ਲੈਣੀ ਹੈ? ਕਥਾ ਤੋਂ ਲੈਣੀ ਹੈ। ਪਹਿਲਾਂ ਸਭ ਤੋਂ, ਉਸ ਤੋਂ ਪਹਿਲਾਂ ਦੀ ਸਟਾਰਟਿੰਗ। ਹੁਣ ਆਪਾਂ ਪਹਿਲੀ ਵਾਰ ਜਦੋਂ ਸਕੂਲ ਗਏ ਸੀ, ਆਪਾਂ ਸਾਰੇ ਪੜ੍ਹੇ ਆ। ਪਹਿਲੇ ਦਿਨ ਨਹੀਂ ਸੀ ਕਿਤਾਬ ਦੇਤੀ, ਪਹਿਲੇ ਦਿਨ ਮਿਲਿਆ ਸੀ ਆਪਾਂ ਨੂੰ ਕਾਇਦਾ।
ਕਾਇਦਾ ਕਾਨੂੰਨ, ਕਹਿੰਦੇ ਕਾਇਦਾ ਕਾਨੂੰਨ, ਇਹ ਕਾਇਦਾ ਮਿਲਿਆ ਸੀ ਪਹਿਲਾਂ। ਊੜਾ ਐੜਾ ਈੜੀ ਸੱਸਾ ਸਾਰੇ 35 ਅੱਖਰ। ਕਹਿੰਦੇ ਪੰਜਾਬੀ ਦੀ ਜਿਹੜੀ ਮੁਹਾਰਨੀ ਹੈ ਸੰਪੂਰਨ ਹੈ। ਕਿਵੇਂ ਜੀ? ਕਹਿੰਦੇ ਊ ਅਖੀਰਲਾ ਅੱਖਰ ਕੀ ਆ? ਅੜਾੜਾ। ਊ ਅੜਾ 35 ਅੱਖਰ ਤਾਂ ਊੜੇ 'ਚ ਹੀ ਪੂਰੀ ਹੋ ਜਾਂਦੀ ਹੈ। ਊ ਅੜਾ। ਇਸ ਕਰਕੇ ਇਹ ਜਿਹੜਾ ਸਾਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਨਾ ਊੜੇ ਨੂੰ ਲੱਗਿਆ, ਨਾ ਐੜੇ ਨੂੰ ਕੁਛ, ਨਾ ਈੜੀ ਨੂੰ। ਪਰ ਉਸ ਤੋਂ ਬਾਅਦ ਫਿਰ ਊੜਾ ਊਠ ਦਲੈਂਕੜੇ ਲੱਗ ਗਏ। ਈੜਾ ਈੜੀ ਇੱਕ ਬੜਾ ਕੁਛ ਹੈ। ਇਹ ਹੁਣ ਅੱਖਰਾਂ ਨੂੰ ਸਿਹਾਰੀਆਂ ਬਿਹਾਰੀਆਂ ਦਲੈਂਕੜ ਔਂਕੜ ਸਾਰੇ ਅਸੀਂ ਸਿੱਖੇ। ਮਤਾ ਆਖੋ ਵੀ ਮੈਂ ਐਮਏ ਕਰ ਗਿਆ, ਮੈਂ ਇੰਨਾ ਪੜ੍ਹ ਗਿਆ, ਨਹੀਂ। ਪਹਿਲਾਂ ਤਾਂ ਸਾਰਿਆਂ ਨਾਲੋਂ ਅੱਖਰ ਸਿੱਖੇ, ਫਿਰ ਅਸੀਂ ਮੁਹਾਰਨੀ ਸਿੱਖੀ, ਫਿਰ ਅਸੀਂ 2 ਅੱਖਰ ਜੋੜ ਜੋੜ ਕੇ ਸਿੱਖੇ। ਆੜਾ ਖੱਖਾ ਅੱਖ, 2 ਅੱਖਰ ਜੋੜੇ, ਫਿਰ 3 ਅੱਖਰ ਜੋੜੇ, ਫਿਰ 4 ਅੱਖਰ ਜੋੜੇ। 1 ਸਾਲ ਤਾਂ ਉਹ ਕੱਚੀ ਪਹਿਲੀ 'ਚ ਲੱਗ ਗਿਆ, ਫਿਰ ਪੱਕੀ ਪਹਿਲੀ 'ਚ ਲੱਗ ਗਿਆ। 2 ਸਾਲਾਂ ਵਿੱਚ ਸਾਨੂੰ ਸਿਰਫ ਊੜਾ ਐੜਾ ਤੇ ਮੁਹਾਰਨੀ ਦਾ ਗਿਆਨ ਹੋਇਆ।